Hello students, now exercise 10.2. In this exercise, we will discuss about the slopes of different lines. First is horizontal and vertical lines. This is the horizontal line and this is the vertical line. What is the equation of vertical and horizontal line? If there is a horizontal line parallel to x-axis, then and A is the distance between the x-axis and parallel line between the given line, then equation is y is equal to A, either y is equal to minus A according to the coordinate of the given line. Similarly, if there is a vertical line parallel to y-axis, then its equation is x is equal to b. ठीक है, x is equal to b. b की है डिस्टेंस ਦਿੱਤਾ ਹੋਇਆ ਇਹਨਾਂ ਦਾ ਆਪਾਂ ਨੂੰ. Next, there are some types of lines. If a line intercept x-axis, अगर कोई लाइन x एक्सिस ਤੇ इंटरसेक्ट करती है, सपोज कोई लाइन है और x एक्सिस ਤੇ d,0, ठीक है, d,0 मीनस ये कोऑर्डिनेट्स है x ਨੂੰ ਇਸ ਪੁਆਇੰਟ ਤੇ ਕੱਟਦੀ ਹੈ ਤਾਂ ਇਸ ਦੀ ਇਕੁਏਸ਼ਨ ਆਪਣੇ ਕੋਲ ਕੀ ਹੋਏਗੀ? अगर कोई लाइन एक्स एक्सिस ਤੇ इंटरसेप्ट करती है तो जो ਇਹਦੀ ਇਕੁਏਸ਼ਨ ਹੋਏਗੀ ਉਹ ਹੈਗੀ y is equal to m. m is the slope of the given line and x minus d. ठीक है, d is the coordinate. ठीक है, ਜੋ ਵੀ ਆਪਾਂ ਨੂੰ x ਐਕਸਿਸ ਲਾਈਨ ਦੇ ਉੱਪਰ ਕੋਆਰਡੀਨੇਟ ਦਿੱਤੇ ਹੋਣਗੇ ਆਪਾਂ ਮਾਈਨਸ ਕਰਾਂਗੇ x ਦੇ ਵਿੱਚੋਂ. y is equal to m x minus t. ਇਹ ਆਪਾਂ ਨੂੰ NCERT ਬੁੱਕ ਦੇ ਵਿੱਚ ਗਿਵਨ ਹੈ. ਅਗਰ ਕੋਈ ਲਾਈਨ y ਐਕਸਿਸ ਨੂੰ ਇੰਟਰਸੈਪਟ ਕਰਦੀ ਹੈ, ਠੀਕ ਹੈ, ਕੋਈ ਵੀ ਲਾਈਨ ਅਗਰ y ਐਕਸਿਸ ਨੂੰ ਇੰਟਰਸੈਪਟ ਕਰਦੀ ਹੈ, ਠੀਕ ਹੈ, ਉਹਦਾ ਮੰਨ ਲਓ ਕੋਈ ਵੀ ਪੁਆਇੰਟ ਆਪਾਂ ਨੂੰ ਗਿਵਨ ਹੈ, कोई लाइन y एक्सिस ਨੂੰ इंटरसेप्ट करती है. सपोज ये कोई लाइन है अपने को x एक्सिस है, ये y एक्सिस है और कोई लाइन है और y ਨੂੰ ਇਹ 0,c ਤੇ इंटरसेप्ट करती है. ठीक है जी, और ਇਹਦੀ ਸਲੋਪ ਕੀ ਹੈ ਲਾਈਨ ਦੀ m ਗਿਵਨ ਹੈ ਤਾਂ ਜੋ ਇਹਦੀ ਇਕੁਏਸ਼ਨ ਆ ਕੀ ਹੋਏਗੀ y is equal to mx plus c. m ਸਲੋਪ ਹੈ, x ਕੋਈ ਵੀ ਪੁਆਇੰਟ ਹੈ मीनस कि एक्स ਆਪਾਂ एक्स ਲੈਣ ਵੈਸੇ ਲੈਣਾ ਹੈ, ਵੈਸੇ ਆਪਣੇ ਕੋਲ ਜੋ ਕੋਆਰਡੀਨੇਟਸ ਹੁੰਦੇ ਆ ਜਾਂ ਡਿਸਟੈਂਸ ਵਗੈਰਾ ਹੁੰਦਾ ਉਹ ਆਪਾਂ c ਨਾਲ ਇਹਨੂੰ ਸ਼ੋ ਕਰਾਂਗੇ. ਠੀਕ ਹੈ, ਜੋ ਵੀ ਇਹਦੇ ਕੋਆਰਡੀਨੇਟਸ ਹੋਣਗੇ ਉਹਦੇ ਵਿੱਚ c ਆਪਣੇ ਕੋਲ ਗਿਵਨ ਹੋਏਗਾ. ਠੀਕ ਹੈ ਜੀ, ਤਾਂ y is equal to mx plus c. ਠੀਕ ਹੈ, ਹੁਣ ਆਪਾਂ ਦੋ ਡਿਸਕਸ ਕੀਤੇ ਹੈ. ਇੱਕ ਤਾਂ ਅਗਰ ਕੋਈ ਲਾਈਨ x ਐਕਸਿਸ ਤੇ ਇੰਟਰਸੈਪਟ ਕਰਦੀ ਹੈ ਤਾਂ ਉਹਦੀ ਇਕੁਏਸ਼ਨ ਕੀ ਹੋਏਗੀ y is equal to m x minus d. ਅਗਰ ਕੋਈ ਲਾਈਨ y ਤੇ ਇੰਟਰਸੈਪਟ ਕਰਦੀ ਹੈ ਤਾਂ ਉਹਦੀ ਇਕੁਏਸ਼ਨ ਹੋਏਗੀ y is equal to mx plus c. ਕਲੀਅਰ? ਠੀਕ ਹੈ ਜੀ, ਨੈਕਸਟ ਆ ਇੱਕ ਇਹਦੀ ਇੰਟਰਸੈਪਟਿਵ ਫਾਰਮ ਹੁੰਦੀ ਆ. ਠੀਕ ਹੈ, ਦੇਖੋ ਇਸ ਦੇ ਵਿੱਚ ਅਗਰ ਕੋਈ ਵੀ ਲਾਈਨ x ਐਕਸਿਸ ਨੂੰ ਵੀ ਇੰਟਰਸੈਪਟ ਕਰਦੀ ਹੈ, ਉਹ ਪੁਆਇੰਟ ਹੈ a,0 ਔਰ y ਨੂੰ ਇੰਟਰਸੈਪਟ ਕਰਦੀ ਹੈ 0,b ਦੇ ਉੱਪਰ, ਤਾਂ ਇਹਦੀ ਫਾਰਮ ਕੀ ਹੋਏਗੀ x/a plus y/b is equal to 1. ਅਗਰ ਕੋਈ ਵੀ ਲਾਈਨ ਇਸ ਨੂੰ x ਐਕਸਿਸ ਤੇ ਵੀ ਇੰਟਰਸੈਪਟ ਕਰਦੀ ਹੈ ਔਰ y ਐਕਸਿਸ ਤੇ ਵੀ ਇੰਟਰਸੈਪਟ ਕਰਦੀ ਹੈ. ਨੈਕਸਟ ਹੁੰਦਾ ਇਹਦਾ ਨਾਰਮਲ ਫਾਰਮ. ਨਾਰਮਲ ਫਾਰਮ ਕੀ ਹੁੰਦੀ ਹੈ? ਨਾਰਮਲ ਫਾਰਮ ਦੇ ਵਿੱਚ ਸਿੰਪਲ ਤੁਸੀਂ ਲਿਖੋਗੇ x cos ਥੀਟਾ ਜਾਂ ਓਮੇਗਾ ਵੀ ਲਿਖ ਸਕਦੇ ਹੋ, x cos ਥੀਟਾ plus y sin ਥੀਟਾ is equal to p. p is the perpendicular distance.
ठीक है। P परपेंडिकुलर डिस्टेंस होएगा और नॉर्मल फॉर्म ਤੁਹਾਡੀ ਕੀ ਹੋਏਗੀ x cos थीटा प्लस y sin थीटा इज इक्वल टू P। ਇਹ NCERT बुक ਦੇ ਵਿੱਚ ਗਿਵਨ ਹੈ। ਨੈਕਸਟ ਆ ਪੁਆਇੰਟ ਸਲੋਪ ਫਾਰਮ। ਠੀਕ ਹੈ ਜੀ, ਪੁਆਇੰਟ ਸਲੋਪ ਫਾਰਮ ਦੇ ਵਿੱਚ ਕੀ ਆਏਗਾ ਕਿ ਤੁਹਾਨੂੰ ਇੱਕ ਲਾਈਨ ਗਿਵਨ ਹੈ, एक्स एक्सिस गिवन है, वाई एक्सिस गिवन है और कोई लाइन गिवन है ਜਿਹਦੇ ਵਿੱਚ ਆਪਾਂ ਨੂੰ एक्स वाई ਜਾਂ ਤੁਸੀਂ ਕਹਿ ਸਕਦੇ ਹੋ एक्स नॉट वाई नॉट ਫਿਕਸਡ ਪੁਆਇੰਟ ਗਿਵਨ ਹੁੰਦੇ ਹੈ ਔਰ ਕੋਈ P ਪੁਆਇੰਟ ਹੈ ਜਿਹਦੇ ਕੋਆਰਡੀਨੇਟਸ ਆਪਣੇ ਕੋਲ एक्स वाई ਹੈ, ਤਾਂ ਇਹਦੀ ਫਾਰਮ ਕੀ ਹੋਏਗੀ y माइनस वाई नॉट इज इक्वल टू m x माइनस x नॉट। ठीक है जी, तो ये इक्वेशन की होगी y माइनस वाई नॉट इज इक्वल टू m x माइनस x नॉट। ठीक है जी, ਜਾਂ ਤੁਸੀਂ ਇਸ ਨੂੰ ਐਵੇਂ ਵੀ ਕਹਿ ਸਕਦੇ ਹੋ ਕਿ ਆਪਣੇ ਕੋਲ ਕੋਈ ਲਾਈਨ ਹੈ ਉਹਦੇ ਵਿੱਚ x1 y1 ਕੋਆਰਡੀਨੇਟਸ ਦਿੱਤੇ ਹੋਏ ਆ, ਸਪੋਜ਼ ਕਰ ਲਓ P ਪੁਆਇੰਟ ਦੇ ਜਾਂ ਕੋਆਰਡੀਨੇਟਸ ਗਿਵਨ ਹੈ, ਤਾਂ ਇਹਦੀ ਇਕੁਏਸ਼ਨ ਕੀ ਹੋਏਗੀ ਆਪਣੇ ਕੋਲ y माइनस y1 इज इक्वल टू m x माइनस x1। ठीक है, जब y नॉट भी लिख सकते हो x नॉट भी, ਜਾਂ y माइनस y1 इज इक्वल टू m x माइनस x नॉट। अगर ਆਪਾਂ ਨੂੰ ਸਲੋਪ ਫਾਈਂਡ ਆਊਟ ਕਰਨੀ ਮੀਨਸ ਕਿ ਆਪਾਂ ਨੂੰ ਕੀ ਗਿਵਨ ਹੈ, ਕੋਈ ਲਾਈਨ ਗਿਵਨ ਹੈ, ਉਹਦੀ ਇਕੁਏਸ਼ਨ ਜੋ ਵੀ ਹੈ ਆਪਾਂ ਨੂੰ ਉਹ ਫਾਈਂਡ ਆਊਟ ਕਰਨੀ ਹੈ, ਤਾਂ ਆਪਾਂ ਇਹੀ ਫਾਰਮੂਲਾ ਉਹਦੇ ਵਿੱਚ ਲਗਾਵਾਂਗੇ। ਕਲੀਅਰ। नेक्स्ट 2 पॉइंट फॉर्म। 2 पॉइंट फॉर्म ਕਿਹੜੀ ਹੁੰਦੀ ਹੈ, ਜਿਵੇਂ ਦੇਖੋ ਫਿਗਰ ਦੇ ਵਿੱਚ P1 ਔਰ P2 ਦੋ ਪੁਆਇੰਟਸ ਦਿੱਤੇ ਹੈ x1 y1 ਔਰ ਸੇਮ ਲਾਈਨ ਦੇ ਉੱਪਰ ਹੀ P2 ਦੇ ਪੁਆਇੰਟਸ ਗਿਵਨ ਹੈ ਕੋਆਰਡੀਨੇਟਸ x2 y2। ਤਾਂ ਉਦੋਂ ਆਪਾਂ ਇਕੁਏਸ਼ਨ ਆਫ ਲਾਈਨ ਕੀ ਲਿਖਾਂਗੇ, ਉਸ ਆਪਾਂ ਪਹਿਲਾਂ ਉਹਦੇ ਵਿੱਚ ਸਲੋਪ ਫਾਈਂਡ ਆਊਟ ਕਰਾਂਗੇ। 2 ਪੁਆਇੰਟਸ ਗਿਵਨ ਹੈ ਤਾਂ ਆਪਾਂ ਉਹਦੀ ਸਲੋਪ ਕਿਵੇਂ ਫਾਈਂਡ ਆਊਟ ਕਰਾਂਗੇ, m ਇਜ਼ ਇਕੁਅਲ ਟੂ y2 ਮਾਈਨਸ y1 ਅਪੋਨ x2 ਮਾਈਨਸ x1। ਠੀਕ ਹੈ ਜੀ, ਅਗਰ ਆਪਾਂ ਨੂੰ ਕੋਈ ਵੀ ਲਾਈਨ ਗਿਵਨ ਹੈ ਉਹਦੇ ਉੱਪਰ ਆਪਾਂ ਨੂੰ ਪੁਆਇੰਟ P x y ਇੱਕ ਫਿਕਸਡ ਪੁਆਇੰਟ ਹੈ, ਜਰਨਲ ਪੁਆਇੰਟ ਹੈ और P1 और P2 2 पॉइंट्स गिवन है, तो आप स्लोप की किमें फाइंड आउट करते होंगे है y2 माइनस y1 अपॉन x2 माइनस x1। ठीक है, और उस लाइन की इक्वेशन ਨੂੰ ਕਿਵੇਂ फाइंड आउट करते हैं, y माइनस y1 इज इक्वल टू m x माइनस x1। ठीक है जी, नेक्स्ट नॉर्मल फॉर्म हो चुकी है अपनी। ठीक है, इंटरसेप्ट फॉर्म भी आप कर ली डिस्कस। हुण एक्सरसाइज दे विच सम स्टार्ट करते हैं, जो कोई इहदे विच न्यू फार्मूला आएगा आप डिस्कस करांगे। फर्स्ट क्वेश्चन, फाइंड द इक्वेशन ऑफ द लाइन विच सैटिस्फाई the given condition। Write the equation of the x axis and y axis। x axis और y axis ਦੀ ਆਪਾਂ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ, ਇਕੁਏਸ਼ਨ ਆਫ y axis and x axis। ਠੀਕ ਹੈ ਜੀ, ਸੋਲੂਸ਼ਨ ਦੇ ਵਿੱਚ ਹੈ the y coordinate of every point on the x axis is 0। ਕਿ x axis ਦੇ ਉੱਪਰ y ਦਾ ਕੋਈ ਵੀ ਕੋਆਰਡੀਨੇਟ ਆ ਜੇ ਉਹ ਕੀ ਹੁੰਦਾ, ਹਮੇਸ਼ਾ 0 ਹੁੰਦਾ। So the equation of the x axis is y is equal to 0। ठीक है जी, same in the y axis ਦੇ ਉੱਪਰ x coordinate 0 ਹੁੰਦਾ ਹੈ, ਇਸ ਕਰਕੇ x is equal to 0 ਇਹਦੀ ਕੀ ਬਣ ਜਾਏਗੀ, equation of the line। clear। second part, second sum, find the equation of the line which passes through the point -4, 3 and with slope 1/2।
ਹੁਣ ਦੇਖੋ ਆਪਾਂ ਨੂੰ ਇੱਕ ਪੁਆਇੰਟ ਗਿਵਨ ਹੈ ਔਰ ਸਲੋਪ ਗਿਵਨ ਹੈ। ਆਪਾਂ ਨੂੰ ਇੱਕ ਪੁਆਇੰਟ ਗਿਵਨ ਸੀ ਔਰ ਸਲੋਪ ਗਿਵਨ ਸੀ ਤਾਂ ਆਪਾਂ ਇਹ ਫਾਰਮੂਲਾ ਕੀਤਾ ਸੀ y ਮਾਈਨਸ y1 ਇਜ਼ ਇਕੁਅਲ ਟੂ m x ਮਾਈਨਸ x1 ਜਾਂ y1 ਜਾਂ x1 ਦੀ ਜਗ੍ਹਾ ਤੇ ਤੁਸੀਂ y0 x0 ਵੀ ਲਿਖ ਸਕਦੇ ਹੋ। ਤਾਂ ਦੇਖੋ y ਆਪਣੇ ਕੋਲ ਕੋਈ ਜਰਨਲ ਪੁਆਇੰਟ ਹੈ y ਮਾਈਨਸ y1 ਆਪਣੇ ਕੋਲ ਕੀ ਹੈ 3 ਹੈ x1 ਆਪਣੇ ਕੋਲ -4 ਹੈ y1 ਆਪਣੇ ਕੋਲ 3 ਹੈ ਤਾਂ ਉਹ ਫਾਰਮੂਲੇ 'ਚ ਫਿਲ ਕਰਤਾ y ਮਾਈਨਸ y1 ਇਜ਼ ਇਕੁਅਲ ਟੂ 1/2 x ਮਾਈਨਸ x1। ਠੀਕ ਹੈ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਇਕੁਏਸ਼ਨ ਆਫ ਲਾਈਨ ਆ ਜਾਏਗੀ। ਇਨ ਦਾ fourth sum passing through 2, 2√3 and inclined with the x-axis at an angle of 75 degree ਕਹਿੰਦੇ ਕਿ ਕੋਈ ਲਾਈਨ ਹੈ ਪਾਸ ਕਰਦੀ ਹੈ ਇੱਕ ਪੁਆਇੰਟ ਦੇ ਵਿੱਚ inclined with the x-axis ਨਾਲ ਜੋ ਐਂਗਲ ਬਣਾ ਰਹੀ ਆ ਉਹ 75 ਡਿਗਰੀ ਦਾ। ਸਪੋਜ਼ ਕਰੋ ਇਹ ਲਾਈਨ ਹੈ ਠੀਕ ਹੈ ਜੀ ਇਹਦੇ ਕੋਈ ਦੋ ਪੁਆਇੰਟਸ ਗਿਵਨ ਹੈ ਇੱਥੇ ਮੰਨ ਲਓ ਕੋਈ P ਪੁਆਇੰਟ ਗਿਵਨ ਹੈ 2, 2√3 ਔਰ ਇਹਦੀ ਸਲੋਪ ਆਪਾਂ ਫਾਈਂਡ ਆਊਟ ਕਰਾਂਗੇ ਔਰ 75 ਡਿਗਰੀ ਦਾ ਐਂਗਲ ਤਾਂ ਇਹ ਵਾਲੀ ਲਾਈਨ ਦੀ ਆਪਾਂ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। ਠੀਕ ਹੈ ਇਕੁਏਸ਼ਨ ਫਾਈਂਡ ਆਊਟ ਕਰਨ ਲਈ ਆਪਾਂ ਨੂੰ ਕੀ ਚਾਹੀਦੀ ਹੁੰਦੀ ਹੈ ਸਲੋਪ ਚਾਹੀਦੀ ਹੁੰਦੀ ਹੈ। ਸਲੋਪ ਦਾ ਫਾਰਮੂਲਾ ਆਪਾਂ ਲਾਸਟ ਐਕਸਰਸਾਈਜ਼ 'ਚ ਡਿਸਕਸ ਕੀਤਾ ਹੈ m is equal to tan theta। tan theta ਕਿੰਨਾ ਆਪਣੇ ਕੋਲ 75 ਨੂੰ ਆਪਾਂ ਲਿਖ ਸਕਦੇ ਹਾਂ 45 plus 30 ਹੁਣ tan a plus b ਦਾ ਫਾਰਮੂਲਾ ਲਗਾਵਾਂਗੇ ਤਾਂ ਆਪਣੇ ਕੋਲ m ਦੀ ਵੈਲਿਊ ਆ ਜਾਏਗੀ। ਠੀਕ ਹੈ ਜੀ ਹੁਣ ਆਪਾਂ ਲਾਸਟ ਜੋ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਫਾਰਮੂਲਾ ਕਿ ਇਫ one point of a line is given and the slope is given then the equation of the line is y minus y1 is equal to mx minus x1। ਠੀਕ ਹੈ ਜੋ ਆਪਾਂ ਸੈਕਿੰਡ ਸਮ ਦੇ ਵਿੱਚ ਵੀ ਕਰ ਚੁੱਕੇ ਹਾਂ y minus y1 ਪੁਆਇੰਟ ਕੀ ਹੈ 2√3 ਔਰ x1 ਕੀ ਹੈ 2 ਉਸ ਇਕੁਏਸ਼ਨ ਦੇ ਵਿੱਚ ਆਪਾਂ ਫਿਲ ਕਰਤਾ ਸੋਲਵ ਕਰਕੇ ਆਪਣਾ ਆਨਸਰ ਆ ਜਾਏਗਾ। In the next sum, in the fifth sum, intersecting the x-axis at a distance of 3 units to the left of the origin with slope -2 ਕਹਿੰਦੇ ਕਿ ਕੋਈ ਵੀ ਲਾਈਨ ਹੈ x-axis ਨੂੰ ਕੱਟ ਰਹੀ ਹੈ ਬਟ ਲੈਫਟ ਸਾਈਡ ਤੇ ਕੱਟ ਰਹੀ ਹੈ ਔਰ ਇਹਦਾ ਜੋ ਡਿਸਟੈਂਸ ਉਹ 3 ਹੈ ਔਰ on the left of the origin with slope -2 ਔਰ -2 ਉਹਦੀ ਸਲੋਪ ਦੇ ਰੱਖਿਆ ਮੀਨਸ ਕਿ m is equal to -2। ਹੁਣ ਆਪਾਂ ਲਾਸਟ ਤੇ ਪ੍ਰੂਵ ਕੀਤਾ ਡਿਸਕਸ ਕੀਤਾ ਕਿ ਅਗਰ ਕੋਈ ਲਾਈਨ ਹੈ x ਨੂੰ ਇੰਟਰਸੈਪਟ ਕਰਦੀ ਹੈ d, 0 ਤੇ ਤਾਂ ਆਪਣੀ ਇਕੁਏਸ਼ਨ ਆਫ ਦਾ ਲਾਈਨ ਕੀ ਹੁੰਦੀ ਹੈ y is equal to m x minus d ਜੋ ਵੀ ਆਪਣੇ ਕੋਲ ਕੋਆਰਡੀਨੇਟਸ ਹੁੰਦੀ ਹੈ। ਹੁਣ ਇਹਦੇ ਵਿੱਚ ਦੇਖੋ d, 0 ਲੈਫਟ ਸਾਈਡ ਤੇ ਮੀਨਸ ਕਿ ਲੈਫਟ ਸਾਈਡ ਤੇ d ਕੀ ਹੋਏਗਾ ਨੈਗੇਟਿਵ ਹੋਏਗਾ ਨਾ ਜਿਵੇਂ ਆਪਾਂ x ਐਕਸਿਸ ਦੇ ਇਧਰ 1 2 3 ਲੈ ਲੈਨੇ ਇਧਰ ਨੈਗੇਟਿਵ ਚ ਹੀ ਆਉਂਦੇ ਆ ਤਾਂ d ਇਧਰਲੀ ਸਾਈਡ ਤੇ ਤਾਂ ਕੀ ਆਏਗਾ ਨੈਗੇਟਿਵ ਆਏਗਾ। d is equal to -3 and m is equal to -2 ਗਿਵਨ ਫਾਰਮੂਲੇ ਦੇ ਵਿੱਚ ਆਪਾਂ ਫਿਲ ਕਰਾਂਗੇ ਇਕੁਏਸ਼ਨ ਆਫ ਲਾਈਨ ਆ ਜਾਏਗੀ। ਇਨ ਦਾ 8th sum perpendicular distance from the origin is 5 units and the angle made by the perpendicular with the positive x-axis is 30। ਹੁਣ ਇਹਦੇ ਵਿੱਚ perpendicular distance given ਹੈ 5 theta is equal to 30 degree normal form ਲਗਾਵਾਂਗੇ ਆਪਾਂ x cos theta plus y sin theta is equal to p ਆਪਾਂ normal form discuss ਕੀਤੀ ਹੈ ਉਹਦੇ ਵਿੱਚ ਆਪਾਂ ਨੂੰ theta given ਹੁੰਦਾ ਸੀ ਜੋ inclined ਹੁੰਦਾ ਸੀ x-axis ਨਾਲ ਔਰ ਇਹਦਾ ਫਾਰਮੂਲਾ ਲਗਾਵਾਂਗੇ ਫਾਰਮੂਲੇ ਦੇ ਵਿੱਚ ਆਪਾਂ ਥੀਟਾ ਦੀ ਵੈਲਿਊ ਫਿਲ ਕਰਾਂਗੇ ਔਰ ਇਜ਼ ਇਕੁਅਲ ਟੂ p ਮੀਨਸ ਕਿ ਪਰਪੈਂਡੀਕੂਲਰ ਡਿਸਟੈਂਸ ਉਹ ਫਿਲ ਕਰਾਂਗੇ। ਆਫਟਰ ਸਿੰਪਲੀਫਾਈ ਇਟ ਵੀ ਗੈਟ √3x plus y minus 10 is equal to 0। In the 9th sum the vertices of PQR are P 2,1 Q ਦੇ coordinates ਹੈ -2,3 and R is equal to 4,5। Find equation of the median through the vertices। ਦੇਖੋ ਆਪਾਂ ਨੂੰ P Q R ਕੋਈ ਟ੍ਰਾਇੰਗਲ ਗਿਵਨ ਹੈ ਇਹਦੇ ਵਿੱਚ M ਮੀਡੀਅਨ ਹੈ RM ਮੀਡੀਅਨ ਹੈ ਮੀਨਸ ਕਿ M ਦੇ ਜੋ ਵੀ ਪੁਆਇੰਟ ਆਣਗੇ P Q ਦਾ ਉਹ ਮਿਡ ਪੁਆਇੰਟ ਹੋਏਗਾ। ਠੀਕ ਹੈ ਤਾਂ RM ਦੀ ਆਪਾਂ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। RM ਦੀ ਇਕੁਏਸ਼ਨ ਦੇ ਲਈ ਆਪਾਂ ਨੂੰ M ਦੇ ਕੋਆਰਡੀਨੇਟਸ ਵੀ ਪਤਾ ਹੋਣਾ ਚਾਹੀਦੀ ਔਰ R ਦੇ ਵੀ R ਦੇ ਗਿਵਨ ਹੈ ਤਾਂ ਆਪਾਂ M ਦੇ ਫਾਈਂਡ ਆਊਟ ਕਰ ਲਾਂਗੇ। M is the mid point of PQ M PQ ਦਾ ਮਿਡ ਪੁਆਇੰਟ ਹੈ
देखो m इज द मिड पॉइंट ऑफ पी क्यू, तो m ਦੇ ਕੋਆਰਡੀਨੇਟਸ ਕਿਵੇਂ ਫਾਈंड ਆउट ਹੋਣਗੇ x1 प्लस x2 अपॉन 2, मिड पॉइंट आप इसी तरह करते सी ना x1 प्लस x2 अपॉन 2, 2 प्लस माइनस 2 माइनस 2 अपॉन 2, तो 0 अपॉन 2 0 आ गया x का कोऑर्डिनेट। फिर y1 प्लस y2 अपॉन 2, 1 प्लस 3 अपॉन 2 की आ जाएगा 2 आ जाएगा। m ਦੇ ਕੋਆਰਡੀਨੇਟਸ ਪਤਾ ਚੱਲ ਗਏ ਹੁਣ ਆਪਾਂ ਨੂੰ। देखो अगर ਆਪਾਂ ਨੂੰ ਕੋਆਰਡੀਨੇਟਸ ਪਤਾ ਹੈ m ਦੇ, ठीक है, r ਦੇ ਕੋਆਰਡੀਨੇਟਸ ਪਤਾ ਹੈ ਤਾਂ ਪਹਿਲਾਂ ਆਪਾਂ ਸਲੋਪ ਫਾਈਂਡ ਆਊਟ ਕਰਾਂਗੇ, ਫਿਰ ਸਲੋਪ ਫਾਈਂਡ ਆਊਟ ਕਰਨ ਤੋਂ ਬਾਅਦ ਆਪਾਂ ਜੋ ਵੀ ਇਕੁਏਸ਼ਨ ਆਫ ਦਾ ਲਾਈਨ ਹੈ ਉਹ ਫਿਲ ਕਰ ਦਾਂਗੇ। m ਇਜ਼ ਦਾ ਮਿਡ ਪੁਆਇੰਟ ਆਫ pq, ਸੋ ਕੋਆਰਡੀਨੇਟਸ ਆਫ m ਆਰ ਥੀਸ। ਇਕੁਏਸ਼ਨ ਆਫ rm ਦੀ ਇਕੁਏਸ਼ਨ ਆਫ ਲਾਈਨ ਕੀ ਹੋਏਗੀ, m ਇਜ਼ ਇਕੁਅਲ ਟੂ, ਪਹਿਲਾਂ ਸਲੋਪ ਫਾਈਂਡ ਆਊਟ ਕਰ ਲਾਂਗੇ, y2 ਮਾਈਨਸ y1 x2 ਮਾਈਨਸ x1। देखो 0,2 जो m ਦੇ ਪੁਆਇੰਟ ਹੈ ਉਹ ਕੀ ਹੈ x2 ਮਾਈਨਸ ਜੋ m ਦੇ ਕੋਆਰਡੀਨੇਟਸ ਹੈ ਉਹ ਆਪਣੇ ਕੋਲ ਹੈ x2 एंड y2, और जो r ਦੇ ਕੋਆਰਡੀਨੇਟਸ ਹੈ ਉਹ x1 y1, और m फाइंड आउट कर लेंगे y2 माइनस y1 अपॉन x2 माइनस x1। y2 ਦੀ ਵੈਲਿਊ ਫਿਲ ਕਰ ਦਾਂਗੇ, x2 ਦੀ ਵੈਲਿਊ ਫਿਲ ਕਰ ਦਾਂਗੇ, ਆਪਣੇ ਕੋਲ 3.4 ਆ ਜਾਏਗਾ। ਠੀਕ ਹੈ ਜੀ, ਇਹਨੂੰ ਸੋਲਵ ਕਰਾਂਗੇ। ਇਸ ਤੋਂ ਬਾਅਦ m ਦੀ ਵੈਲਿਊ ਆ ਗਈ। ਫਿਰ ਆਪਾਂ ਨੂੰ ਪਤਾ ਕਿ ਅਗਰ ਇੱਕ ਪੁਆਇੰਟ ਗਿਵਨ ਆਪਾਂ ਨੂੰ ਔਰ ਸਲੋਪ ਗਿਵਨ ਹੈ ਤਾਂ ਇਕੁਏਸ਼ਨ ਆਫ ਦਾ ਲਾਈਨ ਕੀ ਹੁੰਦੀ ਹੈ y ਮਾਈਨਸ y1 ਇਜ਼ ਇਕੁਅਲ ਟੂ m x ਮਾਈਨਸ x1। ਠੀਕ ਹੈ ਜੀ, y1 x1 ਆਪਾਂ ਨੂੰ ਗਿਵਨ ਹੈ ਤਾਂ ਉਹਦੇ ਵਿੱਚ ਫਿਲ ਕਰਾਂਗੇ, ਆਪਣੇ ਕੋਲ ਇਕੁਏਸ਼ਨ ਆਫ ਦਾ ਲਾਈਨ ਆ ਜਾਏਗੀ। In the 10th sum, find the equation of the line passing through minus 3,5 and perpendicular to the line through the points 2,5 and minus 3,6। ਕਹਿੰਦੇ ਕਿ ਕੋਈ ਲਾਈਨ ਆਪਾਂ ਨੂੰ ਦੋ ਪੁਆਇੰਟਸ ਗਿਵਨ ਹੈ, ਲਾਈਨ ਸੈਗਮੈਂਟ ਵੀ ਕਹਿ A B, A ਦੇ ਆਪਾਂ ਨੂੰ ਕੋਆਰਡੀਨੇਟਸ ਦੇ ਰੱਖਿਆ 2,5 ਔਰ B ਦੇ ਕੋਆਰਡੀਨੇਟਸ ਹੈ -3,6। The find the equation of the line passing through -3,5 and the perpendicular to the line। ਕੋਈ ਲਾਈਨ ਆਪਣੇ ਕੋਲ CD ਜੋ ਪਾਸ ਕਰਦੀ ਹੈ -3,5 ਦੇ ਵਿੱਚੋਂ ਔਰ ਇਹਦੇ ਉੱਪਰ ਕੀ ਹੈ ਪਰਪੈਂਡੀਕੂਲਰ ਆ, ਤੇ ਇਹਦੀ ਆਪਾਂ ਇਕੁਏਸ਼ਨ ਆਫ ਦਾ ਲਾਈਨ ਪਤਾ ਕਰਨੀ, CD ਦੀ ਲਾਈਨ ਦੀ ਆਪਾਂ ਇਕੁਏਸ਼ਨ ਪਤਾ ਕਰਨੀ। ठीक है जी, हुण ए बी और सी डी परपेंडिकुलर लाइन्स है। ਆਪਾਂ लास्ट एक्सरसाइज 10.1 ਦੇ ਵਿੱਚ डिस्कस ਕੀਤਾ ਸੀ कि if two lines are perpendicular to each other then their slopes multiplication is equal to -1। ਤਾਂ ਦੋਨਾਂ ਦੀ ਸਲੋਪ ਦੀ ਮਲਟੀਪਲੀਕੇਸ਼ਨ ਕੀ ਹੁੰਦੀ ਹੈ -1 ਹੁੰਦੀ ਹੈ ਅਗਰ ਦੋ ਲਾਈਨਸ ਪਰਪੈਂਡੀਕੂਲਰ ਹੈ। ਅਗਰ ਦੋ ਲਾਈਨਸ ਪੈਰਲਰ ਹੈ ਤਾਂ ਉਹਨਾਂ ਦੀ ਸਲੋਪ ਕੀ ਹੁੰਦੀ ਹੈ ਇਕੁਅਲ ਹੁੰਦੀ ਹੈ। ਤਾਂ ਆਪਾਂ m1 ਸਲੋਪ ਆਫ a ਵੀ ਫਾਈਂਡ ਆਊਟ ਕਰ ਲਾਂਗੇ ਪਹਿਲਾਂ। ਠੀਕ ਹੈ ਜੀ, 1 -1/5 सेम फार्मूला लगावांगे स्लोप ਲਈ। फिर ए बी और सी डी दोने परपेंडिकुलर है, इस करके दोनों दी ਆਪਾਂ ਲੈਟ ਕਰ ਲਾਂਗੇ ਕਿ ए बी ਦੀ ਸਲੋਪ ਕੀ ਆਪਣੇ ਕੋਲ ए सी डी ਦੀ ਸਲੋਪ ਕੀ ਆਪਣੇ ਕੋਲ m2 ਹੈ ਔਰ ए बी ਦੀ ਸਲੋਪ m1 ਹੈ ਜਿਹੜੀ ਕਿ ਆਪਾਂ ਫਾਈਂਡ ਆਊਟ ਕਰ ਚੁੱਕੇ ਹਾਂ -1/5 ਔਰ सी डी ਦੀ ਜੋ ਸਲੋਪ ਆ ਉਹ ਆਪਾਂ m2 ਲੈਟ ਕਰ ਲਈ ਤਾਂ m1 ਮਲਟੀਪਲਾਈ m2 ਇਜ਼ ਇਕੁਅਲ ਟੂ -1। ਇਸ ਵੇ ਨਾਲ ਆਪਣੇ ਕੋਲ m2 ਦੀ ਵੈਲਿਊ ਆ ਜਾਏਗੀ। ਠੀਕ ਹੈ ਜੀ, ਹੁਣ m2 ਦੀ ਵੈਲਿਊ ਆ ਗਈ, CD ਲਾਈਨ ਦਾ ਇੱਕ ਪੁਆਇੰਟ ਆਪਾਂ ਨੂੰ ਪਤਾ ਹੈ ਤਾਂ ਇਕੁਏਸ਼ਨ ਆਫ ਲਾਈਨ ਕੀ ਹੁੰਦੀ ਹੈ y ਮਾਈਨਸ y1 ਇਜ਼ ਇਕੁਅਲ ਟੂ m x ਮਾਈਨਸ x1। ਇਹ ਆਪਣੇ ਕੋਲ x1 ਹੈ, ਇਹ ਆਪਣੇ ਕੋਲ y1 ਹੈ। ਠੀਕ ਹੈ ਜੀ, ਤਾਂ ਇਸ ਵੇ ਨਾਲ ਆਪਣੇ ਕੋਲ ਇਕੁਏਸ਼ਨ ਆਫ ਦਾ ਲਾਈਨ ਆ ਜਾਏਗੀ। 11 sum, a line perpendicular to the line segment joining the points 1, 0, 2, 3 divides it in the ratio 1:n। find the equation of the line। same ਇਹਦੇ ਵਿੱਚ ਵੀ ਦੋ points given ਹੈ C and D, ਉਹਦੇ ਉੱਪਰ ਕੋਈ ਲਾਈਨ ਪਰਪੈਂਡੀਕੂਲਰ ਹੈ ਔਰ B ਪੁਆਇੰਟ ਦੇ ਉੱਪਰ 1:n ਦੇ ਵਿੱਚ ਇਹਨੂੰ ਡਿਵਾਈਡ ਕਰਦੀ ਹੈ ਤਾਂ ਆਪਾਂ AB ਦੀ ਇਕੁਏਸ਼ਨ ਫਾਈਂਡ ਆਊਟ ਕਰਨੀ ਹੈ। ਸੇਮ ਇਹਦੇ ਵਿੱਚ ਵੀ CD AB ਦੇ ਉੱਪਰ ਪਰਪੈਂਡੀਕੂਲਰ ਹੈ ਤਾਂ ਦੋਨਾਂ ਦੀ ਸਲੋਪ ਕੀ ਹੋਏਗੀ -1 ਹੋਏਗੀ।
ठीक है। पहले आप स्लोप ऑफ सी डी फाइंड आउट कर लांगे, सी डी की स्लोप सेम वे नाल फाइंड आउट करांगे, y2 माइनस y1 अपॉन x2 माइनस x1। आप m1 ਇਹਦੀ ਸਲੋਪ ਲੈਟ ਕਰ ਲਈ, m2 ਸਲੋਪ ਲੈਟ ਕੀਤੀ ਹੈ ab ਦੀ, ਤਾਂ ਆਪਣੇ ਕੋਲ m2 ab ਲਾਈਨ ਦੀ ਸਲੋਪ ਆ ਗਈ -1/3। ਠੀਕ ਹੈ ਜੀ। ਹੁਣ ਆਪਾਂ ਨੂੰ ਕੋਈ ਵੀ ਲਾਈਨ ਹੈ ਉਹਦੇ ਲਈ ਸਲੋਪ ਅਗਰ ਪਤਾ ਹੈ ਤਾਂ ਉਹਦੇ ਕਿਸੇ ਨਾ ਕਿਸੇ ਪੁਆਇੰਟ ਦੇ ਕੋਆਰਡੀਨੇਟਸ ਵੀ ਪਤਾ ਹੋਣੇ ਚਾਹੀਦੇ, b ਦੇ ਕੋਆਰਡੀਨੇਟਸ ਪਤਾ ਹੋਣੇ ਚਾਹੀਦੇ ਹੈ। ਆਪਾਂ 10th ਕਲਾਸ ਦੇ ਵਿੱਚ ਡਿਸਕਸ ਕੀਤਾ ਸੀ ਕਿ ਅਗਰ ਕੋਈ ਲਾਈਨ ਹੈ, ठीक है, ए बी और P कोई पॉइंट है ਜਿਹੜਾ ਇਹਨੂੰ m ਰੇਸ਼ੋ n ਦੇ ਵਿੱਚ ਡਿਵਾਈਡ ਕਰਦਾ ਹੈ। ਠੀਕ ਹੈ, ਤਾਂ ਆਪਾਂ ਜੋ P ਪੁਆਇੰਟ ਸੀ ਉਹਦੇ ਕੋਆਰਡੀਨੇਟਸ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀਤਾ ਸੀ ਕਿ mx1 plus mx2 upon m plus n ਹੁੰਦਾ ਹੈ, n y1 upon ਜੋ mx2 plus n x1 upon m plus n। ठीक है, ਆਪਾਂ 10th ਦੇ ਵਿੱਚ ਵੀ ਕੀਤਾ ਔਰ 14.1 ਦੇ ਵਿੱਚ ਵੀ ਡਿਸਕਸ ਕੀਤਾ। ਇਸ ਵੇ ਨਾਲ ਆਪਣੇ ਕੋਲ b ਦੇ ਕੋਆਰਡੀਨੇਟਸ ਆ ਜਾਣਗੇ। b ਦੇ ਕੋਆਰਡੀਨੇਟਸ ਆ ਗਏ ਤਾਂ ਆਪਾਂ ਨੂੰ m2 ਪਤਾ, ਸਲੋਪ ਪਤਾ ਹੈ, ਕੋਆਰਡੀਨੇਟਸ ਫਿਲ ਕਰਾਂਗੇ, ਇਕੁਏਸ਼ਨ ਆਫ ਦਾ ਲਾਈਨ ਆ ਜਾਏਗੀ। ਇਹਨੂੰ ਅੱਗੇ ਤੁਸੀਂ ਆਪਣੇ ਆਪ ਸੋਲਵ ਕਰਨਾ ਹੈ। Next, 12th sum. Find the equation of a line that cuts off equal intercept of the coordinate axis and passes through the point 2,3। ਕਹਿੰਦੇ ਕਿ ਕੋਈ ਵੀ ਲਾਈਨ ਹੈ ਜੋ ਇੰਟਰਸੈਕਟ ਕਰਦੀ ਹੈ x ਐਕਸਿਸ ਦੇ ਉੱਪਰ ਐਂਡ ਪਾਸਿੰਗ ਥਰੂ ਦਾ ਪੁਆਇੰਟ 2,3। ਦੇਖੋ ਆਪਾਂ ਇੰਟਰਸੈਪਟ ਕਰਦੀ ਹੈ, ਇਕੁਅਲ ਉਹਦੇ ਇੰਟਰਸੈਪਟਸ ਹੈ, ਮੀਨਸ ਕਿ ਅਗਰ ਉਹ ਆਪਾਂ ਨੂੰ ਲਾਈਨ ਇੱਕ ਦਾ a ਕੋਆਰਡੀਨੇਟਸ ਹੈ ਤਾਂ ਦੂਸਰਾ ਵੀ ਕੀ ਹੋਏਗਾ, ਦੂਸਰੇ ਦਾ ਵੀ a ਕੋਆਰਡੀਨੇਟ x ਐਕਸਿਸ ਨੂੰ ਇਸ ਤਰ੍ਹਾਂ। ਠੀਕ ਹੈ, ਜੋ ਕੋਆਰਡੀਨੇਟਸ ਇਹਦੇ ਹੈ ਮੀਨਸ ਕਿ ਇਹਦਾ 0,a ਹੋਇਆ ਤਾਂ ਇਹਦਾ ਕੀ ਹੋਏਗਾ a,0। ਦੋਨਾਂ ਦੇ ਕੋਆਰਡੀਨੇਟਸ ਕੀ ਆਪਾਂ ਨੂੰ ਸੇਮ ਦੇ ਰੱਖੇ ਹੈ। ਠੀਕ ਹੈ, ਜੋ ਵੀ ਆਪਣੇ ਕੋਲ ਕੱਟ ਆਫ ਇੰਟਰਸੈਪਟਸ ਕਰਦੀ ਆ ਔਨ ਦਾ ਐਕਸਿਸ, ਫਾਈਂਡ ਦਾ ਇਕੁਏਸ਼ਨ ਆਫ ਅ ਲਾਈਨ ਦੈਟ ਕੱਟਸ ਆਫ ਇਕੁਅਲ ਇੰਟਰਸੈਪਟਸ। ਠੀਕ ਹੈ, ਇੰਟਰਸੈਪਟ ਫਾਰਮ ਇਹ ਹੁੰਦੀ x upon a plus y upon b is equal to 1। a ਦੀ ਵੈਲਿਊ x upon a ਔਰ b ਦੀ ਜਗ੍ਹਾ ਤੇ ਵੀ ਆਪਾਂ a ਫਿਲ ਕਰ ਲਾਂਗੇ। ਇਸ ਤਰ੍ਹਾਂ ਆਪਣੇ ਕੋਲ a ਦੀ ਵੈਲਿਊ ਆ ਜਾਏਗੀ ਔਰ ਉਸ ਤੋਂ ਬਾਅਦ x plus y is equal to 5 ਇਹਦਾ ਆਂਸਰ ਆ ਜਾਏਗਾ। ਕਲੀਅਰ। In the next 14th sum, find the equation of the line through the point 0,2 making an angle 2 pi upon 3 with the position x axis। x axis ਨਾਲ 2 pi upon 3 angle ਬਣਾ ਰਹੀ ਹੈ। Also find the equation of the parallel to it and crossing the y axis। और y axis ਨੂੰ ਕੀ ਕਰਨੀ ਚਾਹੀਦੀ ਹੈ, ਉਹ cross ਕਰਨੀ ਚਾਹੀਦੀ ਹੈ। ਠੀਕ ਹੈ, ਆਪਣੇ ਕੋਲ ਕੋਈ ਲਾਈਨ ਹੈ, ਉਹਦਾ x1 y1 ਕੋਆਰਡੀਨੇਟਸ ਗਿਵਨ ਹੈ, ਥੀਟਾ ਗਿਵਨ ਹੈ, ਤਾਂ ਸਲੋਪ ਫਾਈਂਡ ਆਊਟ ਕਰ ਲਾਂਗੇ। ਸਲੋਪ tan 2 pi upon 3, ਪਾਈ ਦੀ ਜਗ੍ਹਾ ਤੇ 2 ਮਲਟੀਪਲਾਈ 180 upon 3 ਨਾਲ ਆਪਣੇ ਕੋਲ 120 ਆ ਜਾਏਗਾ। ਤਾਂ tan 90 plus 30। ਠੀਕ ਹੈ, 90 plus 30 tan ਸੈਕਿੰਡ ਕੁਆਡਰੈਂਟ ਦੇ ਵਿੱਚ ਚਲਾ ਗਿਆ। ਆਪਾਂ ਕਰਦੇ ਸੀ ਆਲ ਸਕੂਲ ਟੂ ਕਾਲਜ, ਸੈਕਿੰਡ ਕੁਆਡਰੈਂਟ ਦੇ ਵਿੱਚ tan ਕੀ ਹੁੰਦਾ ਹੈ, ਨੈਗੇਟਿਵ ਹੁੰਦਾ ਹੈ। ਇਸ ਕਰਕੇ tan ਦੀ ਵੈਲਿਊ ਮਾਈਨਸ cot ਥੀਟਾ ਇਜ਼ ਇਕੁਅਲ ਟੂ -√3। ਤਾਂ ਇਕੁਏਸ਼ਨ ਆਫ ਦਾ ਲਾਈਨ ਆਪਾਂ ਪਤਾ ਕਰ ਲਈ। ਲਾਈਨਸ ਆਰ ਪੈਰਲਰ, ਉਹ ਲਾਈਨਾਂ ਦੋਨੇ ਇੱਕ ਦੂਸਰੇ ਦੇ ਪੈਰਲਰ ਹੈ, ਇਸ ਕਰਕੇ ਦੋਨੇ ਲਾਈਨਸ ਪੈਰਲਰ ਹੈ ਤਾਂ m1 ਇਜ਼ ਇਕੁਅਲ ਟੂ m2 ਹੋਏਗਾ। ਦੋਨਾਂ ਦੀ ਸਲੋਪ ਕੀ ਹੋਏਗੀ, ਸੇਮ ਹੋਏਗੀ। ਤਾਂ ਜਦੋਂ ਸਲੋਪ ਸੇਮ ਹੁੰਦੀ ਹੈ ਤਾਂ ਆਪਾਂ y ਇਜ਼ ਇਕੁਅਲ ਟੂ, ਇਹਨਾਂ ਨੇ ਕਿਹਾ ਕਿ ਕ੍ਰੋਸਿੰਗ ਦਾ y ਐਕਸਿਸ, y ਐਕਸਿਸ ਨੂੰ ਕ੍ਰੋਸ ਕਰਨਾ ਉਸ ਲਾਈਨ ਨੇ। ਸੌਰੀ, ਇਹਦਾ ਡਾਇਗਰਾਮ ਇਸ ਤਰ੍ਹਾਂ ਦਾ ਹੋਏਗਾ ਕਿ ਇਸ ਤਰ੍ਹਾਂ y ਨੂੰ ਕ੍ਰੋਸ ਕਰੇਗੀ ਉਹ ਲਾਈਨ। ਅਗਰ y ਨੂੰ ਕ੍ਰੋਸ ਕਰੇਗੀ ਤਾਂ ਆਪਾਂ ਕੀਤਾ ਸੀ ਕਿ ਅਗਰ ਉਹ y ਤੇ ਇੰਟਰਸੈਪਟ ਕਰਦੀ ਹੈ ਤਾਂ y ਇਜ਼ ਇਕੁਅਲ ਟੂ mx ਪਲਸ c ਹੋਏਗਾ। m ਦੀ ਜਗ੍ਹਾ ਤੇ ਕੀ ਆ ਜਾਏਗਾ, ਜੋ ਆਪਣੇ ਕੋਲ -√3 ਹੈ ਉਹ ਵੈਲਿਊ ਫਿਲ ਕਰ ਦਾਂਗੇ x ਐਜ਼ ਇਟ, ਔਰ c ਜੋ ਉਹਦਾ ਪੁਆਇੰਟ ਹੈ 0,2 ਦਾ। ਕਲੀਅਰ। In the next 15th sum, the perpendicular form from the origin to a line meets it at the point -2,9। find the equation of the line। ਕਹਿੰਦੇ ਕਿ ਕੋਈ x axis और y axis given ਹੈ, origin ਦੇ ਵਿੱਚੋਂ ਕੋਈ ਲਾਈਨ ਪਾਸ ਕਰਦੀ ਹੈ ਔਰ a ਵੀ ਕੋਈ ਲਾਈਨ ਹੈ, ਉਹਦੇ ਉੱਪਰ ਉਹ ਪਰਪੈਂਡੀਕੂਲਰ ਹੈ। ਤਾਂ ਪਰਪੈਂਡੀਕੂਲਰ ਫਰੋਮ ਦਾ origin to a line, ਕਹਿੰਦੇ origin ਤੋਂ ਕੋਈ ਪਰਪੈਂਡੀਕੂਲਰ ਹੈ ਇੱਕ ਲਾਈਨ ਦੇ ਉੱਪਰ, ਉਹ ਪਰਪੈਂਡੀਕੂਲਰ ਹੈ।
meets at the point -2, 3 ਉਸ ਲਾਈਨ ਨੂੰ 2, -2, 9 ਤੇ ਮਿਲਦੀ ਹੈ। ਫਾਈਂਡ ਦਾ ਲਾਈਨ ਦੀ ਇਕੁਏਸ਼ਨ ਆਪਾਂ ਫਾਈਂਡ ਆਊਟ ਕਰਨੀ ਹੈ। ਠੀਕ ਹੈ ਜੀ। ਤਾਂ ਸਲੋਪ ਆਫ OM ਦੀ ਸਲੋਪ ਫਾਈਂਡ ਆਊਟ ਕਰ ਲਾਂਗੇ। ਆਪਾਂ ਨੂੰ x1 y1 ਗਿਵਨ ਹੈ, x2 y2 ਗਿਵਨ ਹੈ, ਤਾਂ ਸਲੋਪ ਆਫ ਦਾ ਲਾਈਨ ਸੇਮ ਵੇ ਨਾਲ ਫਾਈਂਡ ਆਊਟ ਕਰ ਲਾਂਗੇ। ਇਕੁਏਸ਼ਨ ਆਫ AB OM ਔਰ AB ਪਰਪੈਂਡੀਕੂਲਰ ਹੈ, ਤਾਂ ਆਪਣੇ ਕੋਲ AB ਲਾਈਨ ਦੀ ਸਲੋਪ ਆ ਜਾਏਗੀ। ਅਗਰ AB ਦੀ ਸਲੋਪ ਆ ਗਈ ਤਾਂ ਆਪਾਂ AB ਦੇ ਲਈ ਇਕੁਏਸ਼ਨ ਆਫ ਦਾ ਲਾਈਨ ਫਾਈਂਡ ਆਊਟ ਕਰਾਂਗੇ। y minus y1 is equal to mx minus x1 ਪੁਆਇੰਟਸ ਗਿਵਨ ਹੈ। ਠੀਕ ਹੈ, ਫਿਲ ਕਰਾਂਗੇ ਤੇ ਇਕੁਏਸ਼ਨ ਆਫ ਲਾਈਨ ਆ ਜਾਏਗੀ। ਅਦਰ ਸਮ ਯੂ ਵਿਲ ਟਰਾਈ ਯੋਰਸੈਲਫ। ਥੈਂਕਸ ਟੂ ਆਲ।